तहसील तलवंडी साबो दे पिंड गुरुसर जगह विखे इस नगर दी समुची संगत वल्लों रल मिल करके अमर शहीद धन धन बाबा जीवन सिंह जी जिन्हां नूं मान मिले रंगरेटा गुरु का बेटा बाबा जीवन सिंह जी दे शहीदी दिहाड़ियां दे संबंध विच श्री गुरु ग्रंथ साहिब महाराज जी दी पावन और पवित्र बाणी दे श्री अखंड पाठ साहिब परसों तो प्रकाश करवाए गए। मालिक दी रहमत सदका हुणे हुणे भोग पए हन ते आप जी ने सुनिया जिहवा गुण गोविंद भजहो करन सुनहो हर नाम कहो नानक सुन रे मना पर है ना जम कहता। महाराज कहंदे जीभा दे नाल वाहिगुरू दा नाम जपो कन्नां दे नाल गुरु की बाणी सुनो। ਇਹਦਾ फायदा ਇਹ होना है भी तुसी जमां दे वस नहीं पैंदे। तुहाडा मान तान सत्कार रब दी दरगाह विच होना है। आखो सतनाम। अज इस पंक्ति जी ध्यान नाल वेखो। धन धन बाबा जीवन सिंह जी भाई जैता जी इन्हां दा जदों इतिहास पढ़ीदा है गुरु के दरबार साहिब विच गल भाई जैता जी भी हुंदी है। श्री आनंदपुर साहिब जाओ जगह खरीदी गुरु तेग बहादुर जी ने बख्शिशां कीतियां गुरु गोबिंद सिंह साहब ने किला आनंदगढ़ दे नाल जगह भाई जैता जी दी भी बनी है। गुरमुख उत्थे भी बराबर बैठे। चमकौर साहब चले जाओ जिथे गुरु गोबिंद सिंह महाराज जी दे पावन स्थान बने ने जिन्ना जिन्ना गुरु प्यारिया ने शहीदियां पाइयां उन्हां दे स्थान बने हैं। उथे ऐन बराबर ते बाबा जीवन सिंह जी दा भी शहीदी बुरज कायम है। आखो सतनाम। गुरमुख प्यारिओ ये है गुरु चरना च थां मिलनी। गुरमुख बड़ी दुनिया संसार ते आई, बड़ी दुनिया इस संसार तो चली भी गई पर कईयां नूं तां कोई याद नहीं करता। हालांकि यह जे बादशाह भी होए औरंगजेब वर्गे जिन्हां कोले तख्त ताज फौजां माया सब कुछ सीगा पर अज कोई याद मनाउंदा। गुरमुखो सगों लोग कहंदे आ भी यह जा जालम किते मुड़ के ना जम पे। कोई याद नहीं पर एक पासे बाबा जीवन सिंह है जिन्हां ने हो रहे जबर जुल्म नूं रोकण दी खातर अपने पिता जी माता जी अपना आप ते 4 बच्चे सी इन्हां दे 4 पुत्र गुरमुख उन्हां नूं भी कुर्बान करता। जालम कहंदे सी असीं मारते खत्म करते पर वो तां सदा वास्ते अमर हो गए। गुरमुख इस करके इत्थों आपां सिक्ख्या लेनी है। यह मेरे मना इस संसार विच आया इन्ना ही ना रह जी भी कमाई कर ली बच्चे पढ़ा ले खा लिया सोहना घर बार बना लिया ते जिंदगी लंघ गई साडी। इत्थे महाराज कहंदे ठीक है कमाई भी कर शरीर तंदुरुस्त होवे सेहत तकड़ी होवे
ਬੱਚਿਆਂ ਨੂੰ ਵੀ ਪੜ੍ਹਾ ਲਿਖਾ, 4 ਰੁਪਏ ਕੋਲ ਹੈਗੇ, ਸਮਾਂ ਆਉਣ ਤੇ ਕੁਛ ਦਾਨ ਪੁੰਨ ਵੀ ਕਰ ਲਿਆ ਕਰ। ਇਹਦੇ ਨਾਲ ਨਾਲ ਜੇ ਕਿਤੇ ਸਮਾਜ ਨੂੰ ਲੋੜ ਪੈ ਜੇ ਕੁਰਬਾਨੀ ਕਰਨ ਦੀ, ਤਾਂ ਵੀ ਸੰਕੋਚ ਨਹੀਂ ਕਰਨੀ। ਆਖੋ ਸਤਨਾਮ। ਆਹੇ ਜੇ ਇਤਿਹਾਸ ਪਵਿੱਤਰ ਦਿਹਾੜੇ ਸ਼ਹੀਦਾਂ ਸਿੰਘਾਂ ਦੇ ਜਦੋਂ ਮਨਾਈਦੇ ਐ, ਫਿਰ ਪਤਾ ਲੱਗਦਾ ਵੀ ਜਿਨ੍ਹਾਂ ਨੇ ਦਾਨ ਪੁੰਨ ਕੀਤਾ, ਦੇਸ਼ ਕੌਮ ਦੀ ਖਾਤਰ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਹੀ ਸੰਸਾਰ ਵਿੱਚ ਅੱਜ ਪੂਜਿਆ ਜਾ ਰਿਹਾ। ਆਖੋ ਸਤਨਾਮ। ਤਿੰਨੇ ਜੱਗ ਜਿਉਂਦੇ ਨੇ ਦਾਨੀ ਤੇ ਭਗਤ ਸੂਰਮਾ, ਤਿੰਨੇ ਜੱਗ ਜਿਉਂਦੇ ਨੇ ਦਾਨੀ ਤੇ ਭਗਤ ਸੂਰਮਾ, ਜੱਗ ਜਿਉਂਦੇ ਨੇ ਦਾਨੀ ਤੇ ਭਗਤ ਸੂਰਮਾ, ਤਿੰਨੇ 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 ਜੱਗ ਜਿਉਂਦੇ ਨੇ ਦਾਨੀ ਤੇ ਭਗਤ ਸੂਰਮਾ, ਜੱਗ ਜਿਉਂਦੇ ਨੇ ਦਾਨੀ ਤੇ ਭਗਤ ਸੂਰਮਾ, ਤਿੰਨੇ ਜੱਗ ਜਿਉਂਦੇ ਨੇ ਦਾਨੀ ਤੇ ਭਗਤ ਸੂਰਮਾ, ਤਿੰਨੇ ਜੱਗ ਜਿਉਂਦੇ ਨੇ ਦਾਨੀ ਤੇ ਭਗਤ ਸੂਰਮਾ, ਤਿੰਨੇ ਜੱਗ ਜਿਉਂਦੇ ਨੇ ਦਾਨੀ ਤੇ ਭਗਤ ਸੂਰਮਾ। ਦਾਨੀ ਹੋਵੇ, ਭਗਤ ਹੋਵੇ, ਸੂਰਮਾ ਹੋਵੇ, ਇਹਨਾਂ ਤਿੰਨਾਂ ਨੂੰ ਸੰਸਾਰ ਵਿੱਚ ਸਦਾ ਵਾਸਤੇ ਪੂਜਿਆ ਜਾਂਦਾ। ਪਿਆਰਿਓ, ਆਓ ਬਾਬਾ ਜੀਵਨ ਸਿੰਘ ਜੀ, ਭਾਈ ਜੈਤਾ ਜੀ ਦਾ ਆਪਾਂ ਇਤਿਹਾਸ ਸਾਂਝਾ ਕਰੀਏ। ਜਿਹੜਾ ਇਹ ਪਰਿਵਾਰ ਸੀ ਨਾ, ਗੁਰੂ ਨਾਨਕ ਪਾਤਸ਼ਾਹ ਵੇਲੇ ਤੋਂ ਭਾਈ ਕਲਿਆਣਾ ਜੀ ਗੁਰਮੁਖ ਪਿਆਰਿਓ ਗੁਰੂ ਘਰ ਨਾਲ ਜੁੜੇ ਹੋਏ ਸੀ। ਇਤਿਹਾਸ ਦੱਸਦਾ ਹੈ ਬਾਬਾ ਬੁੱਢਾ ਜੀ ਤੇ ਭਾਈ ਕਲਿਆਣਾ ਜੀ ਇਕੱਠੇ ਸੀ ਜਦੋਂ ਗੁਰੂ ਨਾਨਕ ਸਾਹਿਬ ਕੱਥੂ ਨੰਗਲ ਵੱਲ ਗਏ, ਤਾਂ ਉੱਥੇ ਸੰਗਤ ਕੀਤੀ ਗੁਰੂ ਨਾਨਕ ਦੀ, ਐਸੀ ਰੰਗਤ ਚੜੀ, ਸੇਵਾ ਚ ਲੱਗੇ ਗੁਰਮੁਖ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਵੇਲੇ ਵੀ ਬਹੁਤ ਸੇਵਾ ਕੀਤੀ, ਤੇ ਜਦੋਂ ਕਾਰ ਸੇਵਾ ਚੱਲਦੀ ਸੀ ਹਰਮੰਦਰ ਸਾਹਿਬ ਦੀ, ਭਾਈ ਕਲਿਆਣਾ ਜੀ ਗੁਰਮੁਖ ਪਿਆਰਿਓ ਮੰਡੀ ਰਿਆਸਤ ਵੱਲ ਜਾਂਦੇ ਨੇ ਤੇ ਲੱਕੜ ਲੈ ਕੇ ਆਏ ਸੀ। ਜਿਹੜਾ ਹਰੀਪੁਰ ਵਾਲਾ ਰਾਜਾ ਸੀ ਨਾ, ਉਹ ਇਹਨਾਂ ਕੋਲੋਂ ਉਪਦੇਸ਼ ਸੁਣ ਕੇ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਸੀ। ਆਖੋ ਸਤਨਾਮ। ਛੇਵੇਂ ਪਾਤਸ਼ਾਹ ਵੇਲੇ ਵੀ ਬਹੁਤ ਸੇਵਾ ਕੀਤੀ। ਜਦੋਂ ਗੁਰੂ ਮਹਾਰਾਜ ਗਵਾਲੀਅਰ ਦੇ ਕਿਲੇ 'ਚ ਬੰਦ ਸਨ, ਉਦੋਂ ਗੁਰਮੁਖ ਪਿਆਰਿਓ ਅੰਮ੍ਰਿਤਸਰ ਦੀ ਕਾਰ ਸੇਵਾ ਦੀ ਸਾਂਭ ਸੰਭਾਲ ਭਾਈ ਕਲਿਆਣਾ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਹਿਲੋ ਜੀ ਤੇ ਭਾਈ ਭਗਤੂ ਜੀ ਵਰਗੇ ਗੁਰਸਿੱਖ ਮੁਖੀ ਹੁੰਦੇ ਸੀ। ਤੇ ਭਾਈ ਕਲਿਆਣਾ ਜੀ ਦੇ ਘਰ ਆਗਿਆ ਰਾਮ ਤੇ ਸਦਾਨੰਦ ਜੀ ਪੈਦਾ ਹੋਏ। ਭਾਈ ਸਦਾਨੰਦ ਜੀ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸੇਵਾ 'ਚ ਰਹਿੰਦੇ, ਹਰ ਵੇਲੇ ਨਾਲ ਰਹਿਣਾ। ਤੇ ਗੁਰੂ ਤੇਗ ਬਹਾਦਰ ਜੀ ਨੇ ਹੀ ਭਾਈ ਸਦਾਨੰਦ ਜੀ ਦੀ ਸ਼ਾਦੀ ਕੋਇਲ ਨਗਰ, ਜਿਹਨੂੰ ਹੁਣ ਅਲੀਗੜ੍ਹ ਕਹਿੰਦੇ ਹੋ, ਉੱਥੋਂ ਪੰਡਤ ਸ਼ਿਵ ਨਰੈਣ ਦੀ ਸੁਪੁੱਤਰੀ ਬੀਬੀ ਲਾਜਵੰਤੀ ਨਾਲ ਕਰਵਾਈ ਸੀ। ਤੇ ਉਹ ਲਾਜਵੰਤੀ ਮਾਤਾ ਗੁਜਰ ਕੌਰ ਜੀ ਦੀ ਸੇਵਾ ਕਰਦੇ।
ਮਾਤਾ ਗੁਜਰੀ ਨੂੰ ਬੜੇ ਪ੍ਰੇਮ ਨਾਲ ਸੇਵਾ ਕਰਨੀ, ਤੇ ਮਾਤਾ ਜੀ ਨੇ ਉਹਦਾ ਨਾਮ ਪ੍ਰੇਮੋ ਰੱਖਤਾ ਵੀ ਇਹ ਤਾਂ ਪ੍ਰੇਮ ਵਾਲੀ ਬੀਬੀ ਹੈ, ਪ੍ਰੇਮੋ ਹੀ ਪ੍ਰਚਲਿਤ ਹੋ ਗਿਆ। ਆਨੰਦਪੁਰ ਸਾਹਿਬ ਵੀ ਸੇਵਾ ਕੀਤੀ। ਜਦੋਂ ਗੁਰੂ ਕਾ ਪਰਿਵਾਰ ਗਿਆ ਪਟਨਾ ਸਾਹਿਬ, ਉੱਥੇ ਵੀ ਨਾਲ, ਤੇ ਗੁਰੂ ਘਰ ਦੀ ਸੇਵਾ 'ਚ ਰਹਿੰਦਿਆਂ ਹੋਇਆਂ 1661 ਈਸਵੀ ਦੇ ਵਿੱਚ ਬੀਬੀ ਲਾਜਵੰਤੀ ਮਾਤਾ ਪ੍ਰੇਮੋ ਦੀ ਕੁੱਖੋਂ ਭਾਈ ਜੈਤਾ ਜੀ ਪੈਦਾ ਹੋਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਵਚਨ ਕੀਤਾ, ਕਹਿੰਦੇ ਇਹ ਤਾਂ ਬਹੁਤ ਵੱਡਾ ਮਹਾਬਲੀ ਯੋਧਾ ਪੈਦਾ ਹੋਇਆ। ਨਾਮ ਗੁਰੂ ਤੇਗ ਬਹਾਦਰ ਜੀ ਨੇ ਰੱਖਿਆ ਭਾਈ ਜੈਤਾ। ਇਹ ਹਰ ਮੈਦਾਨ ਵਿੱਚ ਜੇਤੂ ਰਹੂਗਾ। ਭਾਈ ਜੈਤਾ ਜੀ ਦਾ ਪਾਲਣ ਪੋਸ਼ਣ ਗੁਰੂ ਪਰਿਵਾਰ ਦੇ ਵਿੱਚ ਹੀ ਹੋਇਆ। ਗੁਰੂ ਸਮਾਂ ਲੰਘਦਾ ਗਿਆ। 1666 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਵਤਾਰ ਧਾਰਿਆ। ਜੇ ਉਮਰ ਕਰਕੇ ਦੇਖੀਏ ਤੇ ਭਾਈ ਜੈਤਾ ਜੀ ਗੁਰੂ ਗੋਬਿੰਦ ਸਿੰਘ ਨਾਲੋਂ 5 ਸਾਲ ਵੱਡੇ ਸੀ। ਗੁਰਮੁਖ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਵਤਾਰ ਧਾਰਿਆ। ਪੜ੍ਹਾਈ ਲਿਖਾਈ ਜੋ ਗੁਰੂ ਗੋਬਿੰਦ ਸਿੰਘ ਨੇ ਕੀਤੀ, ਸ਼ਸਤਰ ਵਿਦਿਆ ਸਿੱਖੀ, ਘੋੜ ਸਵਾਰੀ ਸਿੱਖੀ, ਉਹ ਸਾਰੀ ਦੀ ਸਾਰੀ ਵਿਦਿਆ ਭਾਈ ਜੈਤਾ ਜੀ ਵੀ ਨਾਲ ਸਿੱਖਦੇ ਰਹੇ। ਆਖੋ ਸਤਨਾਮ। 7 ਸਾਲ ਗੁਰਮੁਖ ਪਿਆਰਿਓ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਸਮਾਂ ਲੰਘਿਆ। ਉਦੋਂ ਬਾਅਦ ਆਏ ਸ੍ਰੀ ਅਨੰਦਪੁਰ ਸਾਹਿਬ। 2 ਸਾਲ ਇੱਥੇ ਗੁਰੂ ਤੇਗ ਬਹਾਦਰ ਜੀ ਦੀ ਸੰਗਤ ਕੀਤੀ, ਬਹੁਤ ਗਿਆਨ ਹਾਸਲ ਕੀਤਾ। ਭਾਈ ਜੈਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਪਨ ਦੇ ਸਾਥੀ ਸੀ, ਹਮੇਸ਼ਾ ਨਾਲ ਇਕੱਠੇ ਰਹਿਣਾ। ਗੁਰੂ ਬਹੁਤ ਪਿਆਰ। ਤੇ ਅਨੰਦਪੁਰ ਸਾਹਿਬ ਵਿੱਚ ਇੱਕ ਦਿਨ ਕਸ਼ਮੀਰੀ ਪੰਡਤਾਂ ਨੇ ਆ ਕੇ ਪੁਕਾਰ ਕੀਤੀ ਕਿ ਮਹਾਰਾਜ ਔਰੰਗਜ਼ੇਬ ਸਾਡੇ ਤੇ ਜ਼ੁਲਮ ਕਰਦਾ ਹੈ। ਉਹ ਸਾਨੂੰ ਕਹਿੰਦਾ ਹੈ ਕਿ ਸਾਰੇ ਇਸਲਾਮ 'ਚ ਆ ਜਾਓ, ਜਿੰਨੇ ਵੀ ਹਿੰਦੂਆਂ ਦੇ ਮੰਦਿਰ ਨੇ ਇਹਨਾਂ ਨੂੰ ਢਾਹ ਕੇ ਮਸੀਤਾਂ ਬਣਾਓ। ਸਾਡੇ ਜਨੇਊ ਲੈ ਰਹੇ ਨੇ। ਅਸੀਂ ਜਦੋਂ ਮੰਦਿਰ ਵਿੱਚ ਆਰਤੀ ਕੀਤੀ ਤੇ ਸਾਨੂੰ ਆਕਾਸ਼ਬਾਣੀ ਹੋਈ ਆ ਵੀ ਜੇ ਆਪਣਾ ਧਰਮ ਬਚਾਉਣਾ ਹੈ ਗੁਰੂ ਨਾਨਕ ਦੇ ਦਰ ਤੇ ਚਲੇ ਜਾਓ। ਅਸੀਂ ਮਹਾਰਾਜ ਤੁਹਾਡਾ ਆਸਰਾ ਤੱਕਿਆ, ਸਾਡੀ ਲਾਜ ਰੱਖੋ, ਬਚਾਓ ਜਿਵੇਂ ਵੀ ਬਚਦੇ ਆ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸੋਚਦੇ ਆ, ਤੁਸੀਂ ਬਹਿ ਜਾਓ। ਪੰਡਤ ਕਹਿੰਦੇ ਅਸੀਂ ਉਹਨਾਂ ਚਿਰ ਬਹਿ ਨਹੀਂ ਸਕਦੇ ਜਿੰਨਾ ਚਿਰ ਤੁਸੀਂ ਹਾਂ ਨਹੀਂ ਕਰਦੇ। ਜੇ ਨਾ ਹੈ ਤਾਂ ਅਸੀਂ ਹੋਰ ਕਿਤੇ ਜਾਈਏ। ਪਾਤਸ਼ਾਹ ਸੋਚਦੇ ਸੀ। ਇੰਨੇ ਨੂੰ ਬਾਹਰੋਂ ਖੇਡਦੇ ਖੇਡਦੇ ਗੁਰੂ ਗੋਬਿੰਦ ਸਿੰਘ ਸਾਹਿਬ, ਭਾਈ ਜੈਤਾ ਜੀ, ਬਾਬਾ ਸੰਗਤ ਸਿੰਘ ਤੇ ਹੋਰ ਵੀ 15-20 ਸਾਥੀ ਸੀਗੇ ਨਾਲ। ਜਦੋਂ ਆਏ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ, ਕਹਿੰਦੇ ਪਿਤਾ ਜੀ ਅੱਗੇ ਜਿਹੜਾ ਵੀ ਆਉਂਦਾ ਹੈ ਉਹ ਮੱਥਾ ਟੇਕ ਕੇ ਬਹਿ ਜਾਂਦਾ ਹੈ, ਗੁਰੂ ਦੇ ਬਚਨ ਸੁਣਦਾ ਹੈ, ਤੇ ਅੱਜ ਦਰਬਾਰ ਵਿੱਚ ਉਦਾਸੀ ਕਾਹਤੋਂ ਛਾਈ ਹੋਈ ਹੈ? ਇਹ ਧੋਤੀਆਂ ਬੋਦੀਆਂ ਵਾਲੇ ਕੌਣ ਨੇ? ਅੱਗੇ ਤਾਂ ਕਿਤੇ ਦੇਖੇ ਨਹੀਂ। 9ਵੇਂ ਪਾਤਸ਼ਾਹ ਕਹਿੰਦੇ ਪੁੱਤਰ ਇਹ ਕਸ਼ਮੀਰ ਤੋਂ ਚੱਲ ਕੇ ਆਏ ਹੋਏ ਦੁਖੀ ਬ੍ਰਾਹਮਣ ਨੇ, ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਮੈਂ ਸੋਚ ਰਿਹਾ ਵੀ ਕੀ ਕਰੀਏ। ਤਾਂ ਉਸ ਵੇਲੇ ਇਤਿਹਾਸਕਾਰ ਕਹਿੰਦੇ ਆ ਵੀ ਗੁਰੂ ਸਾਹਿਬ ਦੀ ਉਮਰ 10ਵੇਂ ਪਾਤਸ਼ਾਹ ਦੀ 9 ਸਾਲ ਹੀ ਸੀ। ਉਹ ਕਹਿੰਦੇ ਪਿਤਾ ਜੀ ਸੋਚਣ ਵਾਲੀ ਕਿਹੜੀ ਗੱਲ ਹੈ? ਗੁਰੂ ਘਰ ਦਾ ਤਾਂ ਅਸੂਲ ਹੈ ਜਿਹੜਾ ਵੀ ਦਰ ਤੇ ਆ ਜੇ ਉਹਨੂੰ ਖਾਲੀ ਮੋੜਨਾ ਹੀ ਨਹੀਂ। ਆਖੋ ਸਤਨਾਮ। ਇਹਨਾਂ ਦਾ ਧਰਮ ਬਚਾਓ ਜਿਵੇਂ ਵੀ ਬਚਦਾ। 9ਵੇਂ ਪਾਤਸ਼ਾਹ ਕਹਿੰਦੇ
ਕਿਸੇ ਮਹਾਬਲੀ ਸੂਰਵੀਰ ਨੂੰ ਕੁਰਬਾਨੀ ਦੇਣੀ ਪਊ। ਤੇ 10ਵੇਂ ਪਾਤਸ਼ਾਹ ਕਹਿੰਦੇ ਫਿਰ ਤੁਹਾਡੇ ਨਾਲੋਂ ਮਹਾਬਲੀ ਕੌਣ ਹੈ? ਜੇ ਕੁਰਬਾਨੀ ਦੇਣ ਨਾਲ ਇਹਨਾਂ ਦਾ ਧਰਮ ਬਚਦਾ ਫਿਰ ਤੁਸੀਂ ਹੀ ਦੇ ਦਿਓ ਕੁਰਬਾਨੀ। 9ਵੇਂ ਪਾਤਸ਼ਾਹ ਕਹਿੰਦੇ ਕੁਰਬਾਨੀ ਤਾਂ ਮੈਂ ਦੇ ਦੂੰ, ਪਰ ਦਿੱਲੀ ਸਰਕਾਰ ਨਾਲ ਆਪਣੀ ਟੱਕਰ ਪੈ ਜੂ। ਪਿਛਲਾ ਇਤਿਹਾਸ ਯਾਦ ਸੀ ਸਾਰਾ ਵੀ ਪੰਚਮ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ 6ਵੇਂ ਪਾਤਸ਼ਾਹ ਨੂੰ ਕਿਵੇਂ ਉਹਨਾਂ ਨੇ ਗਵਾਲੀਅਰ ਦੇ ਕਿਲੇ 'ਚ ਕੈਦ ਕੀਤਾ ਸੀ। ਪੁੱਤਰਾ, ਔਰੰਗਜ਼ੇਬ ਬਹੁਤ ਜ਼ਾਲਮ ਹੈ, ਫਿਰ ਤੇਰਾ ਕੀ ਬਣੂਗਾ? 10ਵੇਂ ਪਾਤਸ਼ਾਹ ਕਹਿੰਦੇ ਮੇਰੀ ਚਿੰਤਾ ਨਾ ਕਰੋ, ਜਿਸ ਵਾਹਿਗੁਰੂ ਨੇ ਮਾਤਾ ਦੇ ਉਦਰ ਵਿੱਚ ਮੇਰੀ ਰੱਖਿਆ ਕੀਤੀ ਆ ਉਹ ਹੁਣ ਵੀ ਕਰੂ। ਆਖੋ ਸਤਨਾਮ। ਫਿਰ ਗੁਰੂ ਤੇਗ ਬਹਾਦਰ ਜੀ ਨੇ ਕਹਿਤਾ ਸੀ ਕਿ ਪੰਡਤ ਜੀ ਤੁਸੀਂ ਜਾਓ, ਦਿੱਲੀ ਪਹੁੰਚੋ, ਬਾਦਸ਼ਾਹ ਨੂੰ ਕਹਿ ਦਿਓ ਕਿ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲੈ, ਅਸੀਂ ਆਪੇ ਬਣ ਜਾਾਂਗੇ। ਜੇ ਉਹਨਾਂ ਨੂੰ ਨਾ ਬਣਾ ਸਕਿਆ ਤੇ ਸਾਡੇ ਤੇ ਜ਼ੁਲਮ ਨਾ ਕਰੇ। ਮਹਾਰਾਜ ਕਹਿੰਦੇ ਮੇਰਾ ਵਾਅਦਾ ਹੈ, ਮਰਨੀ ਮਰ ਜਾਾਂਗੇ, ਅਸੀਂ ਇਸਲਾਮ ਕਬੂਲ ਨਹੀਂ ਕਰਦੇ। ਆਖੋ ਸਤਨਾਮ। ਤਾਂ ਉਸ ਵੇਲੇ ਹਿੰਦੂ ਵੀਰ ਗਏ ਦਿੱਲੀ, ਔਰੰਗਜ਼ੇਬ ਨੂੰ ਕਹਿੰਦੇ ਬਾਦਸ਼ਾਹ ਰੋਜ਼ ਸਾਡੇ ਤੇ ਫੌਜਾਂ ਚੜ੍ਹ ਕੇ ਆਉਣਾ ਹੈ, ਕਿੰਨਾ ਕਤਲੇਆਮ ਹੁੰਦਾ ਹੈ। ਅਸੀਂ ਮੰਨਦੇ ਹਾਂ ਗੁਰੂ ਤੇਗ ਬਹਾਦਰ ਜੀ ਨੂੰ, ਉਹਨਾਂ ਨੂੰ ਜੇ ਇਸਲਾਮ ਚ ਲਿਆਵੇਂ ਅਸੀਂ ਆਪੇ ਹੀ ਮੁਸਲਮਾਨ ਹੋ ਜਾਵਾਂਗੇ। ਔਰੰਗਜ਼ੇਬ ਕਹਿੰਦਾ ਫਿਰ ਇਕੱਲੇ ਬੰਦੇ ਨੂੰ ਇਸਲਾਮ ਚ ਲਿਆਉਣਾ ਕੀ ਔਖਾ, ਤੁਸੀਂ ਜਾਓ। ਕਹਿੰਦਾ ਜੇ ਤਾਂ ਮੈਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਿਆ ਤਾਂ ਤੁਸੀਂ ਆਪ ਹੀ ਬਣ ਜਿਓ, ਨਹੀਂ ਮੈਂ ਤੁਹਾਨੂੰ ਨਹੀਂ ਕੁਛ ਕਹਿੰਦਾ। ਇਹ ਸ਼ਰਤ ਰੱਖ ਲਈ। ਉਹ ਬ੍ਰਾਹਮਣ ਤਾਂ ਆਪੋ ਆਪਣੇ ਘਰਾਂ ਨੂੰ ਚਲੇ ਗਏ। ਇੱਧਰ ਫਿਰ ਭਾਲ ਗੁਰੂ ਤੇਗ ਬਹਾਦਰ ਜੀ ਦੀ ਸ਼ੁਰੂ ਹੋ ਗਈ ਗੁਰਮੁਖ। ਤੇ ਉਸ ਵੇਲੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਆਨੰਦਪੁਰ ਸਾਹਿਬ ਦੀ ਸਾਰੀ ਜ਼ਿੰਮੇਵਾਰੀ ਸਿੱਖਾਂ ਨੂੰ ਸੰਭਾਲ ਕੇ ਗੁਰਮੁਖ ਪਿਆਰਿਓ ਮਹਾਰਾਜ ਨੇ ਵੀ ਆਪ ਹੀ ਚਾਲੇ ਪਾਤੇ। ਆਖੋ ਸਤਨਾਮ। ਕਹਿੰਦੇ ਨੇ ਜਦੋਂ ਆਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਤੁਰਨ ਲੱਗੇ ਤੇ 5 ਸਿੱਖਾਂ ਨੂੰ ਨਾਲ ਲਿਆ ਸੀ ਪਿਆਰਿਓ। ਉਹ ਪੰਜੇ ਕਿਹੜੇ ਕਿਹੜੇ ਐ? ਭਾਈ ਜੈਤਾ ਸੀ ਕੌਮ ਰੰਗਰੇਟਿਆਂ ਚੋਂ, बेटे गुरु के फेर कहाए जेड़े, दूजा भाई दयाला चाचा मनी सियाउंदा, शुभ वंश राजपूत सदाए जेड़े, तीजा भाई गुरदित्ता सी बुढ़े कियां चों, आद गुरु ने आप वरसाए जेड़े, जिमीदारां दी कौम में चमकदे ने, चार चंद है उन्हां ने लाए जेड़े, भाई उदो रठौरां दी कौम विचों, ओदे काम है पूरने पाए जेड़े, मती दास सी कौम ब्राह्मणा चों, सारे उस दे कर्म कमाए जेड़े। कहंदे एक तां भाई जैता जी, एक भाई दयाला जी, ये मनी सिंह दे चाचा जी होए ने भाई दयाला जी। एक भाई गुरदित्ता जी नाल गए बाबा बुढ़ा जी दी वंश विचों, भाई उदो जी नाल गए मती दास जी ते सती दास। 5 सिखां नूं नाल लैके सतगुर तुर पे ते गुरु गोबिंद सिंह साहब ने ड्यूटी लाई सी, जैते तू है बहादुर योधा, दिल्ली विच जो भी गलबात होवे सानू खबरसार दिंदे रहना। ते उदों पता तुहानू बाबा जीवन सिंह दी उम्र किन्नी सी? सिर्फ 14 साल। गुरु
ਆਗਰੇ ਪਹੁੰਚੇ। ਆਗਰੇ ਤੋਂ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਗਿਆ ਸੀ। ਕਿਉਂਕਿ ਮੈਂ ਗੱਲ ਭਾਈ ਜੈਤਾ ਜੀ ਦੀ ਕਰਨੀ ਹੈ, ਇਸ ਕਰਕੇ ਸਮਝ ਲਿਓ। ਦਿੱਲੀ ਜਦੋਂ ਗਏ, ਔਰੰਗਜ਼ੇਬ ਨੇ ਸਾਰਿਆਂ ਨੂੰ ਕੈਦ ਕਰਤਾ ਗੁਰਮੁਖ। ਔਰੰਗਜ਼ੇਬ ਨੇ ਪਹਿਲਾਂ ਕਿਹਾ ਸੀ ਵੀ ਗੁਰੂ ਤੇਗ ਬਹਾਦਰ ਜੀ, ਮੈਂ ਚਾਹੁੰਦਾ ਹਿੰਦੂ ਮੁਸਲਮਾਨ ਦੋ ਧਰਮ ਨੇ, ਇਹਨਾਂ ਦੋਵਾਂ ਤੋਂ ਆਪਾਂ ਇੱਕ ਕਰ ਦਈਏ, ਇਕੱਲਾ ਇਸਲਾਮ ਹੋਵੇ। ਹਿੰਦੂ ਕਹਿੰਦੇ ਅਸੀਂ ਗੁਰੂ ਤੇਗ ਬਹਾਦਰ ਨੂੰ ਮੰਨਦੇ ਹਾਂ, ਤੁਸੀਂ ਇਸਲਾਮ ਕਬੂਲ ਕਰ ਲਓ, ਅਸੀਂ ਤੁਹਾਨੂੰ ਬਹੁਤ ਮਾਨ ਤਾਨ ਹੋਰ ਵੀ ਦਵਾ ਦਿਆਂਗੇ। ਮੇਰੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਬਾਦਸ਼ਾਹ ਜਿਵੇਂ ਤੈਨੂੰ ਆਪਣਾ ਧਰਮ ਪਿਆਰਾ ਹੈ, ਉਵੇਂ ਸਭ ਨੂੰ ਹੀ ਆਪਣਾ ਧਰਮ ਪਿਆਰਾ ਹੁੰਦਾ ਹੈ। ਮੇਰੀ ਰਾਏ ਇਹ ਹੈ, ਤੁਸੀਂ ਰਹੋ ਇਸਲਾਮ ਵਿੱਚ, ਪੜੋ ਨਮਾਜ਼ਾਂ, ਹਿੰਦੂਆਂ ਨੂੰ ਆਪਣੇ ਧਰਮ 'ਚ ਪੱਕੇ ਰਹਿਣਗੇ। ਕਹਿੰਦਾ ਨਹੀਂ, ਮੈਂ ਦੋ ਧਰਮਾਂ ਤੋਂ ਇੱਕ ਬਣਾ ਕੇ ਹਟੂ। ਮਹਾਰਾਜ ਕਹਿੰਦੇ ਜੇ ਇਹੀ ਹਾਲ ਰਿਹਾ ਕਿਤੇ ਤੀਜਾ ਹੀ ਨਾ ਪੈਦਾ ਹੋ ਜੇ। ਤੂੰ ਤਾਂ ਦੋ ਧਰਮਾਂ ਨੂੰ ਇੱਕ ਬਣਾਉਣਾ ਚਾਹੁੰਦਾ ਏ, ਮੈਨੂੰ ਤੀਜੇ ਦੇ ਵੀ ਹੁੰਦੇ ਦਿਸਣ ਤਿਆਰੇ। ਬਹੁਤ ਲਾਲਚ ਦਿੱਤਾ ਮਹਾਰਾਜ ਨੂੰ, ਕਹਿੰਦਾ ਇਸਲਾਮ ਚ ਆ ਜਾਓ। ਪਾਤਸ਼ਾਹ ਕਹਿੰਦੇ ਨਹੀਂ, ਤਿੰਨ ਸ਼ਰਤਾਂ ਰੱਖੀਆਂ ਸੀ ਵੀ ਜਾਂ ਤਾਂ ਇਸਲਾਮ ਕਬੂਲ ਕਰ ਲਓ, ਜਾਂ ਫਿਰ ਮੈਨੂੰ ਕੋਈ ਕਰਾਮਾਤ ਦਿਖਾ ਦਿਓ। ਮਹਾਰਾਜ ਕਹਿੰਦੇ ਨਾ ਤਾਂ ਇਸਲਾਮ ਕਬੂਲ ਕਰਨਾ ਹੈ, ਨਾ ਕਰਾਮਾਤ ਦਿਖਾਉਣੀ ਹੈ। ਕਹਿੰਦਾ ਫਿਰ ਤੁਸੀਂ ਮੈਨੂੰ ਜਾਣਦੇ ਨਹੀਂ, ਮੈਂ ਤਾਂ ਆਪਣਾ ਪਿਓ ਨਹੀਂ ਬਖਸ਼ਿਆ, ਭਰਾ ਨਹੀਂ ਬਖਸ਼ੇ, ਤੇ ਤੁਹਾਨੂੰ ਵੀ ਨਹੀਂ ਜਿਉਂਦੇ ਛੱਡਣਾ। ਮਹਾਰਾਜ ਕਹਿੰਦੇ ਮੌਤ ਦਾ ਡਰਾਵਾ ਦਿੰਨਾ ਹੈ। ਸਾਡੇ ਤਾਂ ਗੁਰੂ ਨਾਨਕ ਸਾਹਿਬ ਪਹਿਲਾਂ ਹੀ ਕਹਿ ਗਏ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀਆ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਾਨੂੰ ਮੌਤ ਦੀ ਪਰਵਾਹ ਨਹੀਂ, ਅਸੀਂ ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਔਰੰਗਿਆ ਬਾਂਹ ਫੜ ਲਈ, ਅਸੀਂ ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਅਸੀਂ ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਅਸੀਂ ਹਿੰਦ ਦੀ ਔਰੰਗਿਆ ਬਾਂਹ ਫੜ ਲਈ। ਸਿਰ ਦੇ ਕੇ ਵੀ ਧਰਮ ਬਚਾਵਾਂਗੇ, ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਹਿੰਦ ਦੀ ਔਰੰਗਿਆ ਬਾਂਹ ਫੜ ਲਈ। ਧਰਮ ਬਚਾਵਾਂਗੇ, ਅਸੀਂ ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਅਸੀਂ ਹਿੰਦ ਦੀ ਔਰੰਗਿਆ ਬਾਂਹ ਫੜ ਲਈ। ਸਿਰ ਦੇ ਕੇ ਵੀ ਧਰਮ ਬਚਾਵਾਂਗੇ, ਅਸੀਂ ਹਿੰਦ ਦੀ ਔਰੰਗਿਆ ਬਾਂਹ ਫੜ ਲਈ, ਅਸੀਂ ਹਿੰਦ ਦੀ ਔਰੰਗਿਆ ਬਾਂਹ ਫੜ ਲਈ। ਜਦੋਂ ਮਹਾਰਾਜ ਨਾ ਮੰਨੇ, ਫਿਰ ਗੁਰਮੁਖ ਪਿਆਰਿਓ ਔਰੰਗਜ਼ੇਬ ਨੇ ਜ਼ੁਲਮ ਕਰਨੇ ਸ਼ੁਰੂ ਕੀਤੇ। ਸਭ ਤੋਂ ਪਹਿਲਾਂ ਗੁਰੂ ਜੀ ਨੂੰ ਡਰਾਉਣ ਵਾਸਤੇ ਕੀ ਕੀਤਾ, ਭਾਈ ਮਤੀ ਦਾਸ ਨੂੰ ਜਿਉਂਦੇ ਨੂੰ ਹੀ ਆਰੇ ਨਾਲ ਚੀਰ ਦਿੱਤਾ ਗੁਰਮੁਖ। ਇਹਨਾਂ ਦਾ ਭਰਾ ਸੀ ਸਤੀ ਦਾਸ, ਉਹਨੂੰ ਗੁਰਮੁਖ ਪਿਆਰਿਓ ਜਿਉਂਦੇ ਨੂੰ ਰੂੰ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ 'ਚ ਉਬਾਲਿਆ। ਭਾਈ ਉਦੋ ਭਾਈ ਜੈਤਾ ਜੀ ਨੂੰ ਗੁਰੂ ਜੀ ਨੇ ਪਹਿਲਾਂ ਹੀ ਜੇਲ੍ਹ 'ਚੋਂ ਕਹਿਤਾ ਸੀ ਵੀ ਤੁਸੀਂ ਬਾਹਰ ਜਾਓ। ਉਸ ਵੇਲੇ ਇਤਿਹਾਸਕਾਰ ਲਿਖਦੇ ਨੇ, ਵਾਰੀ ਆਈ ਗੁਰੂ ਤੇਗ ਬਹਾਦਰ ਜੀ ਦੀ, ਤੇ ਗੁਰੂ ਤੇਗ ਬਹਾਦਰ ਜੀ ਨੂੰ ਵੀ ਚਾਂਦਨੀ ਚੌਂਕ ਦੇ ਵਿੱਚ ਬਿਠਾ ਕੇ ਸਭ ਦੇ ਸਾਹਮਣੇ ਔਰੰਗਜ਼ੇਬ ਨੇ ਕਤਲ ਕਰਵਾਤਾ। ਗੁਰੂ ਆਪਾਂ ਕਹਿੰਦੇ ਆ ਸ਼ਹੀਦੀ, ਉਹ ਕਹਿੰਦਾ ਸੀ ਕਤਲ ਕਰੋ ਇਹਨਾਂ ਨੂੰ। ਜਦੋਂ ਮਹਾਰਾਜ ਦਾ ਸੀਸ ਧੜ ਨਾਲੋਂ ਵੱਖ ਕੀਤਾ, ਕਹਿੰਦਾ ਹੁਣ 4 ਟੋਟੇ ਕਰ ਦਿਓ, ਕਿਲੇ ਦੀਆਂ ਚੌਹਾਂ ਕੰਧਾਂ ਤੇ ਟੰਗ ਦਿਓ, ਦੁਨੀਆ ਨੂੰ ਪਤਾ ਲੱਗੇ ਵੀ ਔਰੰਗਜ਼ੇਬ ਨਾਲ ਟੱਕਰ ਲੈਣ ਦਾ ਨਤੀਜਾ
ਆ ਹੁੰਦਾ ਹੈ। ਪਰ ਉਸ ਵੇਲੇ ਕਹਿੰਦੇ ਜ਼ੋਰ ਦੀ ਹਨੇਰੀ ਚੱਲੀ, ਧਰਤੀ ਡੋਲੀ, ਅੰਬਰ ਰੋਇਆ। ਔਰੰਗਜ਼ੇਬ ਦਰਬਾਰ ਵੱਲ ਚਲਿਆ ਗਿਆ। ਸਿਪਾਹੀ ਖੜੇ ਸੀ ਪਹਿਰੇ ਤੇ, ਉਹ ਵੀ ਦਰਖਤਾਂ ਉੱਲੇ ਹੋ ਗਏ। ਪਰ ਧੰਨ ਭਾਈ ਜੈਤਾ ਜੀ, 14 ਸਾਲ ਦੀ ਉਮਰ ਹੈ, ਨਾ ਤਾਂ ਕਿਸੇ ਫੌਜੀ ਤੋਂ ਡਰੇ ਗੁਰਮੁਖ, ਨਾ ਹੀ ਹਨੇਰੀ ਦੀ ਪਰਵਾਹ ਕੀਤੀ। ਮੌਕੇ ਦਾ ਫਾਇਦਾ ਉਠਾ ਕੇ ਗਏ, ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕ ਲਿਆ। ਆਖੋ ਸਤਨਾਮ। ਇੱਥੇ ਮਾੜਾ ਜਿਹਾ ਖੂਨ ਡੁੱਲਿਆ ਦੇਖ ਲੈ ਨਾ, ਜਵਾਕ ਡਰਦੇ ਹੀ ਰੋਟੀ ਨਹੀਂ ਖਾਂਦੇ। ਪਰ 14 ਸਾਲ ਦੀ ਉਮਰ ਵਿੱਚ ਕਿੰਨੀ ਦਲੇਰੀ ਸੀ। ਆਖਰਕਾਰ ਸੀਸ ਕੱਟਿਆ, ਧੜ ਅੱਡ ਪਿਆ, ਸੀਸ ਅੱਡ ਪਿਆ। ਲੈ ਕੇ ਮਹਾਰਾਜ ਦਾ ਨਾਮ ਗੁਰਮੁਖ ਪਿਆਰਿਓ, ਸੀਸ ਚੱਕ ਲਿਆ ਭਾਈ ਜੈਤਾ ਜੀ ਨੇ। ਲੈ ਕੇ ਸੀਸ ਗੁਰਾਂ ਦਾ ਜੈਤਾ ਤੁਰਿਆ ਦਿੱਲੀ ਤੋਂ। ਲੈ ਕੇ ਸੀਸ ਗੁਰਾਂ ਦਾ ਜੈਤਾ ਤੁਰਿਆ ਦਿੱਲੀ ਤੋਂ। ਰਸਤੇ ਦੇ ਵਿੱਚ ਤੁਰਿਆ ਆਉਂਦਾ ਤਾਂ ਮਾਰਦਾ। ਰਸਤੇ ਦੇ ਵਿੱਚ ਤੁਰਿਆ ਆਉਂਦਾ ਤਾਂ ਮਾਰਦਾ। ਕਹਿੰਦੇ ਤੁਰਿਆ ਆਉਂਦਾ, ਜਾਣਾ ਸੀ ਆਨੰਦਪੁਰ। ਕਹਿੰਦਾ ਕਿਤੇ ਮੈਂ ਫੜਿਆ ਨਾ ਜਾਵਾਂ। ਸਾਧ ਸੰਗਤ ਜੀ, ਲਾਇਆ ਜੋਰ ਬਥੇਰਾ, ਧੜ ਨਹੀਂ ਚੁੱਕਿਆ ਗਿਆ ਉਸ ਤੋਂ। ਲਾਇਆ ਜੋਰ ਬਥੇਰਾ, ਧੜ ਨਹੀਂ ਚੁੱਕਿਆ ਗਿਆ ਉਸ ਤੋਂ। ਲੈ ਕੇ ਸੀਸ ਤੁਰ ਪਿਆ ਉਹ ਸੱਚੀ ਸਰਕਾਰ ਦਾ। ਲੈ ਕੇ ਸੀਸ ਤੁਰ ਪਿਆ ਉਹ ਸੱਚੀ ਸਰਕਾਰ ਦਾ। ਜਾਣਾ ਆਨੰਦਪੁਰ ਸੀ, ਗਾਇਆ ਗਿਆ ਪਿੰਡ ਤਰਾਵੜੀ। ਮੈਂ ਸਦਕੇ ਜਾਣਾ ਆਨੰਦਪੁਰ ਸੀਗਾ, ਆ ਗਿਆ ਪਿੰਡ ਤਰਾਵੜੀ। ਇੱਥੇ ਧੋਬੀ ਬੈਠਾ ਭੁੱਖਾ ਗੁਰੂ ਦੀਦਾਰ ਦਾ। ਇੱਥੇ ਧੋਬੀ ਬੈਠਾ ਭੁੱਖਾ ਗੁਰੂ ਦੀਦਾਰ ਦਾ। ਜਾਣਾ ਤਾਂ ਸੀ ਆਨੰਦਪੁਰ ਸਾਹਿਬ ਨੂੰ, ਪਰ ਬਿੰਗੇ ਟੇਢੇ ਜੰਗਲ ਦੇ ਰਸਤੇ ਹੁੰਦੇ ਹੋਏ ਭਾਈ ਜੈਤਾ ਜੀ ਤਰਾਵੜੀ ਪਿੰਡ ਆ ਗਏ ਗੁਰੂ। ਉਦੋਂ ਪਹਿਲਾਂ 2 ਪੜਾਅ ਰਾਹ 'ਚ ਹੋਰ ਕੀਤੇ ਸੀ, ਇਹ ਤੀਜਾ ਪੜਾਅ ਸੀ। ਜਦੋਂ ਤਰਾਵੜੀ ਆਏ, ਝਾੜੀ ਉਹਲੇ ਲੁਕ ਗਏ ਵੀ ਧੋਬੀ ਕੱਪੜੇ ਧੋਈ ਜਾਂਦਾ, ਕਿਤੇ ਵੇਖ ਨਾ ਲਵੇ। ਕੁਦਰਤੋਂ ਉਹ ਧੋਬੀ ਨੇ ਵੀ ਕੱਪੜੇ ਧੋਤੇ, ਉਸੇ ਝਾੜੀ ਤੇ ਸੁੱਕਣੇ ਪਾਉਣ ਆ ਗਿਆ ਜਿੱਥੇ ਮੂਹਰੇ ਭਾਈ ਜੈਤਾ ਜੀ ਬੈਠੇ। ਗੁਰਮਖੋ, ਜਦੋਂ ਲੱਗਿਆ ਕੱਪੜੇ ਸੁੱਕਣੇ ਪਾਉਣ ਤੇ ਪਛਾਣ ਲਿਆ। ਕਹਿੰਦਾ ਸਿੱਖਾ, ਤੂੰ ਹੀ ਹੈ ਨਾ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸੇਵਾ ਚੁਣਨਾ। ਮੈਂ ਤੈਨੂੰ ਦੇਖਿਆ ਕਦੇ ਦਰਬਾਰ ਸਾਹਿਬ ਸੇਵਾ ਕਰਦਾ ਹੁੰਨਾ, ਕਦੇ ਦੇਗ ਵਰਤਾਉਣਾ ਹੁੰਨਾ, ਕਦੇ ਲੰਗਰ 'ਚ ਸੇਵਾ ਕਰਦਾ ਹੁੰਨਾ, ਕਦੇ ਗੁਰੂ ਤੇਗ ਬਹਾਦਰ ਜੀ ਦੇ ਸੁਪੁੱਤਰ ਗੋਬਿੰਦ ਰਾਏ ਦੇ ਨਾਲ ਹੁੰਨਾ। ਭਾਈ ਜੈਤਾ ਜੀ ਨੇ ਦੱਸਤਾ ਵੀ ਹਾਂ। ਉੱਥੇ ਫਿਰ ਰਾਮ ਦਿੱਤਾ ਧੋਬੀ ਕਹਿੰਦਾ ਸ਼ੁਕਰ ਹੈ ਤੂੰ ਮੈਨੂੰ ਮਿਲ ਗਿਆ। ਮੈਂ ਕਈ ਵਾਰੀ ਆਨੰਦਪੁਰ ਸਾਹਿਬ ਗਿਆ, ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕੀਤੀ ਆ ਵੀ ਮਹਾਰਾਜ ਕਿਤੇ ਮੇਰੇ ਘਰ ਆਇਓ। ਪਾਤਸ਼ਾਹ ਕਹਿੰਦੇ ਸੀ ਵੀ ਆਵਾਂਗੇ ਜ਼ਰੂਰ। ਹੁਣ ਮੈਨੂੰ ਪਤਾ ਲੱਗਿਆ ਵੀ ਦਿੱਲੀ ਵੱਲ ਗਏ ਹੋਏ ਨੇ। ਜੇ ਤੈਨੂੰ ਮਿਲਣ ਤਾਂ ਉਹਨੂੰ ਮੇਰੇ ਵੱਲੋਂ ਬੇਨਤੀ ਕਰੀ। ਕਹਿੰਦਾ ਵੀ ਸੱਚੇ ਪਾਤਸ਼ਾਹ, ਆਪ ਜੀ ਦਾ ਸੇਵਕ ਤੁਹਾਨੂੰ ਉਡੀਕ ਰਿਹਾ। ਜਦੋਂ ਇੰਨੀ ਗੱਲ ਕਹੀ, ਭਾਈ ਜੈਤਾ ਜੀ ਦੇ ਨੇਤਰਾਂ ਚੋਂ ਨੀਰ ਵਹਿ ਗਿਆ। ਕਹਿੰਦਾ ਧੋਬੀਆ,
मैं सोचदा सी भी जाना तां अनसैब सी, मैं इधर नूं कातों आ गया। जे तेरी शरधा सी छेती तैयारी कर लै, गुरु जी तां आ गए। आखो सतनाम। धोबी कहंदा कित्थे ने पातशाह? फिर महाराज जी दा सीस ओहदे अगे करता भी आ गए। नाले कहा तैनू देन दिदारे सतगुर आए ने, रूप पर होर तारिया। तैनू देन दिदारे सतगुर आए ने, रूप पर होर तारिया। देन दिदारे सतगुर आए ने, रूप पर होर तारिया। तैनू देन दिदारे सतगुर आए ने, रूप पर होर तारिया। तैनू देन दिदारे सतगुर आए ने, रूप पर होर तारिया। तैनू देन दिदारे सतगुर आए कहंदा तैनू देन दिदारे आ गए, मालक रूप होर धारिया। जदों कट्टिया होया सीस अगे कीता, धाहां मार मार राम दिता, धोबी रोया। फिर भाई जैता जी नूं नाल लैके अपने घर चलिया गया। एक रात भाई जैता जी ने उत्थे भी कट्टी गुरमुख। सारी रात राम दिता धोबी रोंदा रहा। ते भाई जैता जी नूं कहंदा दस की होया? फिर गुरु कीयां बातां सारी रात पाईयां। उथों चल के एक पड़ा होर राह च कीता। भाई जैता जी सीस लैके आ गए गुरमुखो कीरतपुर साहब। पहला छेवें पातशाह दा संस्कार भी इत्थे ही होया सी, सतवें पातशाह दा भी इत्थे ही संस्कार होया सी। अठवें पातशाह गुरु हरकृष्ण जी दियां अस्थियां भी दिल्ली तो इत्थे ही लियांदियां सी। इन्हां नूं इह सी भी इत्थे संस्कार करना होएगा। पर जदों सुनेहा भेजिया आनंदपुर साहब मैं सीस लै आया, दसो की करना है। उस वेले गुरमुखो फिर गुरु गोबिंद सिंह महाराज, माता गुजरी जी, माता नानकी जी ते होर सिख सेवक गए पालकी लैके। पालकी विच रख के गुरु तेग बहादुर जी दे सीस नूं आनंदपुर साहब लियांदा। गुरु इशनान कराया, चंदन दी लकड़ मंगवा के चिखा तैयार कर ली। बहुत संगतां दर्शन करन वास्ते आईयां। माता गुजरी जी ने चार परिक्रमा कीतियां, अरदास कीती, पति देव जी जिवें तुसी धर्म विच परपक्क रह के लगी निभा गए हो, सानू भी निभाउण दा बल बख्श। साध संगत जी संगतां ने दर्शन कीते। जिथे आनंदपुर साहब विच गुरुद्वारा सीसगंज साहब बनिया, उत्थे गुरु तेग बहादुर जी दे सीस दा संस्कार कीता गया। संगत बैराग विच रोवे कर लावे। ते गुरु गोबिंद सिंह साहब आखण लगे, भाई जैतिया ये दस, जदों गुरु जी दे सीस दा धड़ नालों वख कीता गया, उत्थे किसी ने आवाज नहीं उठाई, कोई है नहीं सी? कहंदा जी कोई नहीं बोलिया। महाराज कहंदे किसी ने कहा नहीं भी ये जुल्म ना करो? भाई जैता जी कहंदे नहीं। पातशाह कहंदे सिख है नहीं सी कोई? भाई जैता जी कहंदे जी मैनू तां कोई नहीं दिसिया, किहड़ा पछाण आउंदी सी। उदों फिर महाराज ने कहा सी आएगा समा
ਆਪਾਂ ਐਸਾ ਖਾਲਸਾ ਸਾਜਾਂਗੇ ਜਿਹੜਾ ਲੱਖਾਂ ਕਰੋੜਾਂ ਵਿੱਚੋਂ ਵੱਖਰਾ ਹੀ ਦਿਸਿਆ ਕਰੇਗਾ। ਆ ਜਿਹੜੀ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਬਚਨ ਭਾਈ ਜੈਤਾ ਜੀ ਨਾਲ ਹੋਇਆ ਸੀ। ਕਹਿੰਦੇ ਜੈਤਿਆ ਬੜੇ ਔਖੇ ਵਿਖੜੇ ਪੈਂਡੇ ਲੈ ਕੇ ਤੂੰ ਆਇਆ, 322 ਮੀਲ ਦਾ ਸਫ਼ਰ ਤੈਅ ਕੀਤਾ ਸੀ ਗੁਰੂ। ਕਹਿੰਦੇ ਅਸਲੀ ਗੁਰੂ ਕਾ ਪੁੱਤਰ ਤੂੰ ਹੈ। ਪੁੱਤਰ ਉਹੀ ਹੁੰਦਾ ਨਾ ਜਿਹੜਾ ਪਿਤਾ ਦੀ ਬੇਅਦਬੀ ਨਾ ਹੋਣ ਦੇਵੇ, ਰੁਲਣ ਨਾ ਦੇਵੇ। ਕਹਿੰਦੇ ਗੁਰੂ ਪਿਤਾ ਦਾ ਸੀਸ ਲੈ ਕੇ ਆਇਆ, ਅਸਲ ਦੇ ਵਿੱਚ ਤੂੰ ਹੀ ਗੁਰੂ ਕਾ ਅਸਲੀ ਪੁੱਤਰ ਹੈ। ਆਖੋ ਸਤਨਾਮ। ਛਾਤੀ ਨਾਲ ਲਾ ਗੁਰੂ ਜੀ ਕਹਿਣ ਲੱਗੇ, ਭਾਈ ਜੈਤਿਆ ਧਨ ਕਮਾਈ ਤੇਰੀ, ਜਦੋਂ ਤੀਕ ਸੰਸਾਰ ਦੀ ਰਹੂ ਰਚਨਾ, ਕੈਮ ਰਹੂ ਏ ਰੋਸ਼ਨੀ ਪਾਈ ਤੇਰੀ। ਹੁਣ ਰੰਗਰੇਟੇ ਨਹੀਂ ਗੁਰੂ ਕੇ ਬਣੇ ਬੇਟੇ, ਹੋਗੀ ਨੀਚਤਾ ਤੋਂ ਉਚਤਾਈ ਤੇਰੀ। ਮੇਰੇ ਸਿੰਘ ਨਾ ਕਰਨਗੇ ਦੂਰ ਤੁਹਾਨੂੰ, ਹੋਗੀ ਸੰਗਤਾਂ ਵਿੱਚ ਵਡਿਆਈ ਤੇਰੀ। ਮੇਰੇ ਪੰਥ ਵਿੱਚ ਤੁਸੀਂ ਅਭੇਦ ਰਹਿਣਾ, ਕਰੂ ਨਹੀਂ ਨਰਾਦਰੀ ਕਾਈ ਤੇਰੀ। ਤੇਰਾ ਜਿਉਣ ਸਿੰਘ ਅੱਜ ਤੋਂ ਨਾਮ ਹੋਇਆ, ਜਿੰਦਾ ਰਹੇਗੀ ਕੌਮ ਵਰਸਾਈ ਤੇਰੀ। ਮੇਰੇ ਮਾਲਕ ਨੇ ਮਾਣ ਬਖਸ਼ਿਆ, ਨਾਲੇ ਤਾਂ ਭਾਈ ਜੈਤਾ ਜੀ ਨੂੰ ਗਲਵਕੜੀ 'ਚ ਲੈ ਲਿਆ, ਨਾਲੇ ਕਹਿੰਦੇ ਨੇ ਰੰਗਰੇਟਾ ਗੁਰੂ ਕਾ ਬੇਟਾ। ਮੇਰੇ ਸਤਿਗੁਰ ਸੱਚੇ ਪਾਤਸ਼ਾਹ, ਮੇਰੇ ਸਤਿਗੁਰ ਸੱਚੇ ਪਾਤਸ਼ਾਹ, ਕੀਤਾ ਸਿੱਖ ਨੂੰ ਬਹੁਤ ਪਿਆਰ, ਉਹਨਾਂ ਘੁੱਟ ਗਲ ਵਕੜੀ ਪਾ ਲਈ। ਉਹਨਾਂ ਘੁੱਟ ਗਲ ਵਕੜੀ ਪਾ ਲਈ, ਕੀਤਾ ਸਿੱਖ ਨੂੰ ਬਹੁਤ ਪਿਆਰ, ਤੇਰਾ ਨਾਮ ਰਹੂ ਸੰਸਾਰ ਵਿੱਚ। ਤੇਰਾ ਨਾਮ ਰਹੂ ਸੰਸਾਰ ਵਿੱਚ, ਭਲੀ ਕਰੂ ਕਰਤਾਰ, ਤੇਰੇ ਅੰਗ ਸੰਗ ਸਤਿਗੁਰ ਹੋਣਗੇ। ਅੰਗ ਸੰਗ ਸਤਿਗੁਰ ਹੋਣਗੇ, ਸੋਭਾ ਹੋਊ ਵਿੱਚ ਸੰਸਾਰ, ਸੋਭਾ ਹੋਊ ਵਿੱਚ ਸੰਸਾਰ। ਮਹਾਰਾਜ ਨੇ ਬਚਨ ਕੀਤਾ, ਨਾਲੇ ਕਹਿਤਾ ਰੰਗਰੇਟਾ ਗੁਰੂ ਕਾ ਬੇਟਾ। ਜੇ ਗੁਰੂ ਕਾ ਬੇਟਾ ਕਿਹਾ ਤੇ ਮਾਣ ਵੀ ਇੰਨਾ ਕੀਤਾ, ਫਿਰ ਗੁਰਮੁਖ ਪਿਆਰਿਓ ਜੇ ਰਣਜੀਤ ਨਗਾਰਾ ਬਣਵਾਇਆ ਤਾਂ ਵੀ ਕਹਿੰਦੇ ਸਭ ਤੋਂ ਪਹਿਲਾਂ ਚੋਟ ਭਾਈ ਜੈਤਾ ਜੀ ਲਾਉਣਗੇ। ਆਖੋ ਸਤਨਾਮ। ਪਹਿਲੇ ਨਗਾਰਚੀ ਹੋਣ ਦਾ ਮਾਣ ਮਿਲਿਆ ਭਾਈ ਜੈਤਾ ਜੀ। ਤੇ ਗੁਰਮੁਖ ਪਿਆਰਿਓ ਇਤਿਹਾਸ ਦੱਸਦਾ ਹੈ, ਇੰਨੇ ਤੇਜ਼ ਤਰਾਰ ਸੀ ਭਾਈ ਜੈਤਾ ਜੀ, ਘੋੜੇ ਤੇ ਸਵਾਰ ਹੋ ਜਾਣਾ, ਘੋੜੇ ਦੀਆਂ ਲਗਾਮਾਂ ਮੂੰਹ 'ਚ ਫੜ ਲੈਣੀਆਂ, ਤੇ ਇੱਕੋ ਸਮੇਂ ਦੋ ਦੋ ਬੰਦੂਕਾਂ, ਦੋ ਦੋ ਤਲਵਾਰਾਂ ਇਕੱਠੀਆਂ ਚਲਾਉਣੀਆਂ। ਭਾਈ ਜੈਤਾ ਜੀ ਦੀ ਸ਼ਾਦੀ ਹੋ ਗਈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੀ ਸ਼ਾਦੀ ਹੋ ਗਈ। 4 ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦੇ ਘਰ ਪੈਦਾ ਹੋਏ ਤੇ 4 ਹੀ ਸੁਪੁੱਤਰ ਭਾਈ ਜੈਤਾ ਜੀ ਦੇ ਹੋਏ। ਸਾਹਿਬਜ਼ਾਦਾ ਅਜੀਤ ਸਿੰਘ ਜਦੋਂ ਹੋਏ ਵੱਡੇ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਭਾਈ ਜੈਤੇ ਜੀ ਤੁਸੀਂ ਮੇਰੇ ਸੁਪੁੱਤਰਾਂ ਨੂੰ
ਵਿਦਿਆ ਸਿਖਾਉਣੀ ਹੈ। ਘੋੜ ਸਵਾਰੀ, ਹਥਿਆਰ ਚਲਾਉਣੇ, ਕਈ ਤਰ੍ਹਾਂ ਦੀ ਵਿਦਿਆ ਭਾਈ ਜੈਤਾ ਜੀ ਨੇ ਅਜੀਤ ਸਿੰਘ ਨੂੰ ਸਿਖਾਈ। ਤੇ ਜਦੋਂ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ 1699 ਦੀ ਵਿਸਾਖੀ ਨੂੰ ਛਕਾਇਆ, ਜਿੱਥੇ ਬਾਕੀ ਸਿੰਘਾਂ ਨੇ ਅੰਮ੍ਰਿਤ ਛਕਿਆ, ਗੁਰੂ ਜੀ ਨੇ ਛਕਿਆ, ਭਾਈ ਜੈਤਾ ਵੀ ਅੰਮ੍ਰਿਤ ਛਕ ਕੇ ਬਾਬਾ ਜੀਵਨ ਸਿੰਘ ਬਣਿਆ ਗੁਰਮੁਖ। ਪਰਿਵਾਰ ਸਮੇਤ ਸਭ ਨੇ ਅੰਮ੍ਰਿਤ ਛਕਿਆ। ਜਿੰਨੇ ਵੀ ਜੰਗ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੇ, 12 ਜੰਗਾਂ ਵਿੱਚ ਭਾਈ ਜੈਤਾ ਜੀ ਨੇ ਪੂਰਾ ਸਾਥ ਦਿੱਤਾ। ਆਖਰਕਾਰ ਅਨੰਦਪੁਰ ਸਾਹਿਬ ਦੀ ਵੱਡੀ ਜੰਗ ਹੋਈ। ਇੱਥੇ ਗੁਰਮੁਖ ਪਿਆਰਿਓ 8 ਮਹੀਨੇ ਘੇਰਾ ਪਿਆ ਰਿਹਾ। ਹਾਲਾਤ ਐਸੇ ਬਣ ਗਏ ਸੀ, ਕੁਛ ਸਿੰਘ ਵੀ ਗੁਰੂ ਕੇ ਲਿਖ ਕੇ ਦੇ ਗਏ ਸੀ, ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਵਿਦਾਵਾ ਲਿਖਤਾ। ਤੇ ਮਹਾਰਾਜ ਨੇ ਬਾਕੀਆਂ ਨੂੰ ਵੀ ਕਿਹਾ ਸੀ ਵੀ ਜੇ ਕੋਈ ਜਾਣਾ ਚਾਹੁੰਦਾ ਤੇ ਜਾ ਸਕਦਾ ਹੈ, ਕੱਲ ਨੂੰ ਨਾ ਕਿਹੋ ਗੁਰੂ ਗੋਬਿੰਦ ਸਿੰਘ ਅੜੀਅਲ ਸੀ, ਅੰਦਰ ਭੁੱਖੇ ਧਿਆਏ ਮਰਵਾਤੇ। ਪਰ ਉੱਥੇ ਭਾਈ ਜੈਤਾ ਜੀ ਵਰਗੇ, ਬਾਬਾ ਸੰਗਤ ਸਿੰਘ ਵਰਗੇ, ਸਿਦਕਵਾਨ ਸਿੱਖ ਭਾਈ ਬਚਿੱਤਰ ਸਿੰਘ ਵਰਗੇ, ਭਾਈ ਉਦੇ ਸਿੰਘ ਵਰਗੇ ਕਹਿੰਦੇ ਨੇ, ਮਹਾਰਾਜ ਤੈਨੂੰ ਛੱਡ ਕੇ ਸਾਡੇ ਕੋਲੇ ਹੋਰ ਕੋਈ ਜਗ੍ਹਾ ਹੈ ਹੀ ਨਹੀਂ, ਜਿੱਥੇ ਜਾਈਏ ਆਖੋ ਸਤਨਾਮ। ਅਸੀਂ ਤਾਂ ਆਪ ਜੀ ਦੇ ਚਰਨਾਂ ਦੇ ਭੌਰੇ ਆ ਮਹਾਰਾਜ, ਦੇਖੀ ਜਾਊ ਜੋ ਹੁੰਦਾ ਹੈ। ਮਰਨੀ ਮਰ ਜਾਵਾਂਗੇ, ਦੁਆਰਾ ਨਹੀਂ ਛੱਡਣਾ ਤੇਰਾ। 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 ਕਹਿੰਦੇ ਮਹਾਰਾਜ ਤੁਹਾਨੂੰ ਛੱਡ ਕੇ ਨਹੀਂ ਜਾ ਸਕਦੇ। ਉਹ ਬਚਨ ਵੀ ਪੂਰਾ ਕੀਤਾ। ਹਾਲਾਤ ਐਸੇ ਬਣ ਗਏ, 6 ਅਤੇ 7 ਪੋਹ ਦੀ ਵਿਚਕਾਰਲੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਲਾ ਛੱਡਿਆ। ਉਸ ਵੇਲੇ ਵੀ ਭਾਈ ਜੈਤਾ ਜੀ ਪਰਿਵਾਰ ਸਮੇਤ ਨਾਲ ਸੀ। ਪਹਿਲਾਂ ਤਾਂ ਮੁਗਲ ਕਸਮਾਂ ਖਾਂਦੇ ਸੀ, ਤੁਹਾਨੂੰ ਕੋਈ ਕੁਛ ਨਹੀਂ ਕਹੂ। ਪਰ ਜਦੋਂ ਮਹਾਰਾਜ ਰੋਪੜ ਵੱਲੀ ਨੂੰ ਤੁਰੇ, ਕੀਰਤਪੁਰ ਸਾਹਿਬ ਵੱਲੀ ਨੂੰ, ਤੇ ਮੁਗਲਾਂ ਨੇ ਖਾਧੀਆਂ ਕਸਮਾਂ ਭੁਲਾ ਕੇ ਮੰਗਰੀ ਗੁਰੂ ਪਾਤਸ਼ਾਹ ਤੇ ਹਮਲਾ ਕਰਤਾ ਸੀ। ਸਰਸਾ ਤੱਕ ਜਾਂਦਿਆਂ ਹੋਇਆਂ ਭਾਈ ਜੈਤਾ ਜੀ ਦੇ 2 ਸੁਪੁੱਤਰ ਸੰਤ ਸਿੰਘ ਤੇ ਸੇਵਾ ਸਿੰਘ ਸ਼ਹੀਦ ਹੋਏ ਗੁਰੂ। ਮਾਤਾ ਜੀ ਵੀ ਜਾਂਦੇ ਜਾਂਦੇ ਇੱਥੋਂ ਸ਼ਹੀਦ ਹੋ ਗਏ। ਇਹੋ ਜਿਹਾ ਯੁੱਧ ਹੋਇਆ, ਕਹਿੰਦੇ ਕੀਰਤਪੁਰ ਸਾਹਿਬ ਤੱਕ ਲੋਥਾਂ ਹੀ ਲੋਥਾਂ ਪਈਆਂ ਸੀ, ਆਖੋ ਸਤਨਾਮ। ਜਿੱਥੇ ਇੱਕ ਸਿੱਖ ਦੀ ਲਾਸ਼ ਵੈਰੀ ਪਏ 15 ਪਾਸ। ਬਹੁਤ ਵੱਡਾ ਯੁੱਧ। ਇੱਕ ਤਾਂ ਮੀਂਹ ਪਵੇ, ਪੋਹ ਦਾ ਮਹੀਨਾ, ਝੱਖੀਆਂ ਪਿੰਡ ਦੇ ਨੇੜੇ ਜਾ ਕੇ ਨਾ ਗੁਰਮਖੋ ਮਹਾਰਾਜ ਨੇ ਸਿੱਖਾਂ ਨੂੰ ਗੁਰੂ ਜੀ ਨੂੰ ਦੱਸਿਆ ਵੀ ਪਾਤਸ਼ਾਹ ਸਰਸਾ ਤਾਂ ਹੜ੍ਹ ਨਾਲ ਭਰੀ ਪਈ ਹੈ, ਪਾਣੀ ਨਾਲ, ਇਹ ਬਰਸਾਤੀ ਨਾਲਾ ਸੀ, ਆਪਾਂ ਕਿਵੇਂ ਕਰਾਂਗੇ? ਪਾਤਸ਼ਾਹ ਕਹਿੰਦੇ ਟਾਈਮ ਦੱਸੋ ਕਿੰਨਾ ਕੁ ਹੈ? ਕਹਿੰਦੇ ਜੀ 2:30 ਵਜੇ ਹੈ। ਮਹਾਰਾਜ ਕਹਿੰਦੇ ਅਸੀਂ ਇੱਥੇ ਬੈਠ ਕੇ ਨਿਤਨੇਮ ਕਰਦੇ ਆ, ਕੁਛ ਸਿੰਘ ਜਾਓ, ਆ ਰਹੀ ਫੌਜ ਨੂੰ ਰੋਕੋ। ਤੇ ਉਸ ਵੇਲੇ ਪਾਤਸ਼ਾਹ ਤਾਂ ਨਿਤਨੇਮ ਕਰਨ ਲੱਗ ਗਏ, ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ। ਤੇ ਉਧਰ ਝੱਖੀਆਂ ਪਿੰਡ ਦੇ ਨੇੜੇ ਫੌਜ ਨੂੰ ਰੋਕਦਿਆਂ ਗੁਰਮੁਖ ਪਿਆਰਿਓ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਘੇਰਾ ਪੈ ਗਿਆ। ਬਹੁਤ ਫੌਜ ਇਕੱਠੀ ਹੋ ਕੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਘੇਰ ਕੇ ਖੜ ਗਈ। ਢਾਲਾਂ ਤਲਵਾਰਾਂ ਖੜਕਦੀਆਂ। ਜਦੋਂ ਭਾਈ ਜੈਤਾ ਜੀ ਨੂੰ ਲੱਗਿਆ ਪਤਾ ਬਾਬਾ ਜੀਵਨ ਸਿੰਘ ਨੂੰ, ਇੱਕਦਮ ਘੋੜਾ ਭਜਾਇਆ, ਲਗਾਮ ਫੜੀ ਮੂੰਹ 'ਚ, 2 ਤਲਵਾਰਾਂ ਦੋਨਾਂ ਹੱਥਾਂ ਨਾਲ ਚਲਾਉਂਦੇ ਹੋਏ ਘੇਰਾ ਤੋੜ ਕੇ ਅਜੀਤ ਸਿੰਘ ਤੱਕ ਪਹੁੰਚੇ।
ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕਹਿੰਦੇ ਆਪ ਜੀ ਨੂੰ ਗੁਰੂ ਪਿਤਾ ਬੁਲਾ ਰਹੇ ਆ। ਉਹਨਾਂ ਨੂੰ ਤਾਂ ਮਹਾਰਾਜ ਵੱਲੀ ਤੋਰਤਾ ਤੇ ਉੱਥੇ ਦੁਸ਼ਮਣਾਂ ਦੇ ਨਾਲ ਲੜਦਿਆਂ ਲੜਦਿਆਂ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਹੋਈ। ਆਖੋ ਸਤਨਾਮ। ਦੇਖੋ ਪਿਆਰਿਓ, ਮਹਾਰਾਜ ਕਹਿੰਦੇ ਨੇ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਉੱਥੇ ਜਗ੍ਹਾ ਬਣੀ ਹੋਈ ਹੈ ਚੱਖੀਆਂ ਪਿੰਡ, ਸ਼ਹੀਦੀ ਸਥਾਨ ਬਾਬਾ ਜੀਵਨ ਸਿੰਘ ਜੀ ਦਾ। ਉਦੋਂ ਬਾਅਦ ਗੁਰਮੁਖ ਪਿਆਰਿਓ, ਜਿਹੜੇ ਇਹਨਾਂ ਦੇ ਦੋ ਸੁਪੁੱਤਰ ਸੀ ਭਾਈ ਗੁਰਦਿਆਲ ਸਿੰਘ ਤੇ ਗੁਲਜ਼ਾਰ ਸਿੰਘ, ਉਹਨਾਂ ਨੇ ਚਮਕੌਰ ਸਾਹਿਬ ਲੜਦਿਆਂ ਲੜਦਿਆਂ ਸ਼ਹੀਦੀ ਪਾਈ ਹੈ। ਭਾਈ ਜੈਤਾ ਜੀ ਦੇ ਸਹੁਰਾ ਖਜਾਨ ਸਿੰਘ, ਉਹਨਾਂ ਨੇ ਵੀ ਚਮਕੌਰ ਸਾਹਿਬ ਲੜਦਿਆਂ ਲੜਦਿਆਂ ਸ਼ਹੀਦੀ ਪਾਈ ਹੈ। ਇਹ ਮਹਾਨ ਯੋਧੇ ਜਿਨ੍ਹਾਂ ਦੀ ਅੱਜ ਯਾਦ ਮਨਾ ਰਹੇ ਹਾਂ। ਕੋਈ ਸਮਾਂ ਸੀ ਲੋਕ ਨੀਚ ਸਮਝਦੇ ਸੀ, ਪਰ ਮੇਰੇ ਸਤਿਗੁਰ ਨੇ ਸੂਰਮਿਆਂ ਵਿੱਚੋਂ ਸਭ ਤੋਂ ਉੱਤਮ ਦਰਜਾ ਦਿੱਤਾ। ਆਖੋ ਸਤਨਾਮ। ਆਪਣਾ ਵਿਰਸਾ ਸੰਭਾਲੋ ਪਿਆਰਿਓ। ਜਦੋਂ ਇੱਥੇ ਸਾਬੋ ਕੀ ਤਲਵੰਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਬਾਅਦ ਵਿੱਚ, ਇੱਥੇ ਵੀ ਬੰਦੂਕ ਦੀ ਪਰਖ ਹੋਣੀ ਸੀ। ਮਹਾਰਾਜ ਨੇ ਕਿਹਾ ਸੀ, ਡੱਲੇ ਸਰਦਾਰ ਕੋਈ ਲਿਆ ਸੇਵਕ ਦੋ, ਨਿਸ਼ਾਨਾ ਲਾ ਕੇ ਦੇਖਣਾ। ਉਦੋਂ ਵੀ ਸਭ ਇਨਕਾਰ ਕਰ ਗਏ ਸੀ। ਬਾਬਾ ਜੈਤਾ ਜੀ ਦੀ ਫੁਲਵਾੜੀ ਵਿੱਚੋਂ ਹੀ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਜਿਹੜੇ ਅੱਗੇ ਹੋ ਕੇ ਖੜ ਗਏ, ਕਹਿੰਦੇ ਮਹਾਰਾਜ ਸਾਡੇ ਮਾਰੋ ਗੋਲੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਲੀ ਚਲਾਈ, ਪਰ ਉੱਪਰ ਦੀ ਕੱਢਤੀ ਗੋਲੀ। ਡੱਲਾ ਕਹਿੰਦਾ ਮਹਾਰਾਜ ਜੇ ਇਹੀ ਕਰਨਾ ਸੀ ਪਹਿਲਾਂ ਹੀ ਦੱਸ ਦਿੰਦੇ, ਮੈਂ ਹੀ ਖੜ ਜਾਂਦਾ। ਮਹਾਰਾਜ ਕਹਿੰਦੇ ਨਹੀਂ, ਯਾਦ ਕਰ ਕਈ ਦਿਨ ਪਹਿਲਾਂ ਤੁਸੀਂ ਕਿਹਾ ਸੀ ਵੀ ਤਾਂ ਜੰਗ ਹਾਰੇ ਹੋ। ਤੁਹਾਡੀ ਫੌਜ ਵਿੱਚ ਨਿੱਕੀਆਂ ਮੋਟੀਆਂ ਜਾਤਾਂ ਭਰਤੀ ਕੀਤੀਆਂ, ਜੇ ਮੈਨੂੰ ਸਾਦੇ ਅਸੀਂ ਜਿੱਤ ਜਾਂਦੇ ਅਨੰਦਪੁਰੀ ਜੰਗ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਤੂੰ ਨੀਚ ਸਮਝਦਾ ਹੈ ਨਾ, ਆ ਵੇਖ ਅੱਜ ਇਹ ਤਾਂ ਸਿਰਫ ਤੈਨੂੰ ਖੇਡ ਦਿਖਾਉਣੀ ਸੀ ਕਿ ਇਹੀ ਹੈ ਜਿਹੜੇ ਮੱਚਦੀ ਅੱਗ ਦਿੱਲੀ ਚੋਂ ਪਿਤਾ ਦਾ ਸੀਸ ਲਿਆਏ ਸੀ। ਹੁਣ ਤੱਕ ਬਿਨਾਂ ਤਨਖਾਹਾਂ ਤੋਂ ਮੇਰੇ ਨਾਲ ਰਹਿ ਕੇ ਨਿਭਾਉਂਦੇ ਆਏ ਆ। ਆਖੋ ਸਤਨਾਮ। ਆ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ, ਮੈਂ ਐਵੇਂ ਤਾਂ ਨਹੀਂ ਵਾਰੇ ਪੁੱਤ ਚਾਰ ਡੱਲਿਆ। ਇੱਥੇ ਵੀ ਬਰਾਬਰ ਸਥਾਨ ਹੈ ਪਿਆਰਿਓ। ਸੋ ਆਪਣੇ ਵੱਡੇ ਵਡੇਰਿਆਂ ਦੀਆਂ, ਸੂਰਵੀਰ ਯੋਧਿਆਂ ਦੀਆਂ ਯਾਦਾਂ ਨੂੰ ਤਾਜ਼ਾ ਕਰਿਆ ਕਰੋ। ਅੱਜ ਮੈਨੂੰ ਬਹੁਤ ਖੁਸ਼ੀ ਹੋਈ। ਪਤਾ ਕਿਸ ਗੱਲ ਦੀ? ਕਈ ਪਿੰਡਾਂ 'ਚ ਜਾਈਦਾ ਹੈ, ਰਵਿਦਾਸੀਏ ਸਿੱਖ ਕਹਿਣਗੇ ਅਸੀਂ ਰਵਿਦਾਸ ਮਹਾਰਾਜ ਦਾ ਦਿਹਾੜਾ ਰਵਿਦਾਸੀਆਂ ਦੀ ਧਰਮਸ਼ਾਲਾ 'ਚ ਮਨਾਉਣਾ। ਮਜਬੀ ਸਿੱਖ ਕਹਿਣਗੇ ਅਸੀਂ ਆਪਣੀ ਜਗ੍ਹਾ ਮਨਾਉਣਾ। ਨਾਮਦੇਵੀ ਕਹਿਣਗੇ ਅਸੀਂ ਆਪਣੀ ਜਗ੍ਹਾ ਮਨਾਉਣਾ। ਅਸਲ ਵਿੱਚ ਪਹਿਲੀ ਗੱਲ ਤਾਂ ਸਿੱਖ ਕੌਮ ਵਿੱਚ ਜਾਤ ਪਾਤ ਸਾਡੇ ਗੁਰੂਆਂ ਨੇ ਖਤਮ ਕਰਤੀ। ਗੁਰੂ ਆਪਾਂ ਨੂੰ ਇਸ ਭਰਮ ਭੁਲੇਖੇ 'ਚ ਰਹਿਣਾ ਨਹੀਂ ਚਾਹੀਦਾ। ਅਗਲੀ ਗੱਲ, ਜਿਨ੍ਹਾਂ ਨੇ ਸਾਡੇ ਵੱਡੇ ਵਡੇਰਿਆਂ ਨੇ ਕੁਰਬਾਨੀਆਂ ਕਰਕੇ ਸਾਨੂੰ ਮਾਣ ਦਿੱਤਾ, ਇੱਥੋਂ ਤੱਕ ਪਹੁੰਚਾਇਆ, ਉਹਨਾਂ ਨੂੰ ਯਾਦ ਜ਼ਰੂਰ ਕਰੋ, ਪਰ ਉਹਨਾਂ 'ਚ ਵੰਡੀਆਂ ਨਾ ਪਾਓ। ਗੁਰੂ ਕੋ ਕੋਈ ਵੀ ਭਗਤ ਹੈ, ਮਹਾਂਪੁਰਸ਼ ਹੈ, ਸੰਤ ਹੈ, ਕੋਈ ਸਿੰਘ ਸ਼ਹੀਦ ਹੈ, ਇਹਨਾਂ ਨੇ ਕੋਈ ਕੱਲੀ ਆਪਣੀ ਜਾਤ ਬਰਾਦਰੀ ਖਾਤਰ ਥੋੜੀ ਕੁਰਬਾਨੀਆਂ ਕੀਤੀਆਂ। ਸਭ ਲਈ ਕੁਰਬਾਨੀ ਕੀਤੀ ਹੈ, ਸਭ ਦੇ ਸਾਂਝੇ ਹੁੰਦੇ ਆ। ਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ, ਧੰਨਵਾਦ ਤੁਹਾਡਾ ਗੁਰੂਸਰ ਜਗ੍ਹਾ ਦੇ ਸਾਰੇ ਪਿੰਡ ਵਾਸੀਆਂ ਦਾ, ਜਿਨ੍ਹਾਂ ਨੇ ਰਲ ਮਿਲ ਕਰਕੇ ਪਿੰਡ ਦੇ ਗੁਰੂ ਘਰ ਵਿੱਚ ਬਾਬਾ ਜੀਵਨ ਸਿੰਘ ਦੀ ਯਾਦ ਮਨਾਈ ਆ। ਆਖੋ ਸਤਨਾਮ। ਹੋਣਾ ਵੀ ਚਾਹੀਦਾ ਗੁਰੂ, ਏਦਾਂ ਹੀ ਰਲ ਮਿਲ ਕੇ ਮਨਾਉਂਦੇ ਰਹੋ। ਪਰਮਾਤਮਾ ਕਿਰਪਾ ਕਰੇ, ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਦੱਸੋ। ਕੋਈ ਸਮਾਂ ਸੀ ਵਿਦਿਆ ਨਹੀਂ ਸੀ ਪੜ੍ਹ ਸਕਦੇ, ਤੇ ਇਹ ਸਤਿਗੁਰ ਨੇ ਆਪਾਂ ਨੂੰ ਨੇੜੇ ਲਾਇਆ ਹੈ। ਅੱਜ ਪੜ੍ਹ ਲਿਖ ਕੇ ਕੋਈ ਮਾਸਟਰ ਬਣਿਆ, ਕੋਈ ਡਾਕਟਰ ਬਣਿਆ, ਫੌਜ ਦੇ ਵਿੱਚ ਕਿੱਡੇ ਕਿੱਡੇ ਅਫਸਰ ਬਣ ਗਏ ਸਾਡੇ ਵੀਰ। ਗੁਰੂ ਘਰ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਸਭ ਤੋਂ ਵੱਡਾ ਅਹੁਦਾ ਹੈ ਗੁਰੂ ਕੇ ਗ੍ਰੰਥੀ ਸਿੰਘ ਦਾ। ਕਿੰਨੇ ਵੀਰ ਗ੍ਰੰਥੀ ਸਿੰਘ ਬਣੇ ਹੋਏ ਹੈ।
गुरु के कीर्तनीय बने, कोई मास्टर, कोई डॉक्टर, कोई इंजीनियर, कोई पायलट, कोई जज, कोई वकील बनिया। ये किने अहुदे देने सी जे गुरु गोबिंद सिंह महाराज ते साडे वड्डे वडेरे कुर्बानियां ना करदे। आखो सतनाम। जे भाई जैता जी ने कुर्बानी की ते गुरु जी नूं फिर मान देना पिया, रंगरेटा गुरु का बेटा। कहंदे हुंदे मेरा पंजवां साहिबजादा है, इन्ना मान करदे सी। सो अपने विरसे नूं संभालो गुरमुखो, उन्हां दा नाम लैके तां साडा सिर ਉੱਚਾ हुंदा है। ਜਿਹੜੇ ਤਾਂ ਉਹਨਾਂ ਦੇ ਦੱਸੇ ਹੋਏ ਰਾਹ ਤੇ ਚੱਲਦੇ ਐ, ਉਹਨਾਂ ਦਾ ਵੀ ਕੁਲਾਂ ਮਾਣ ਕਰਦੀਆਂ, ਪਰ ਕੁਛ ਉਹ ਵੀ ਨੇ ਜਿਹੜੇ ਗੁਰੂ ਘਰ ਦੀ ਮਰਿਆਦਾ ਛੱਡ ਗਏ। ਗੁਰੂ ਨਿਤਨੇਮ ਨਹੀਂ ਕਰਨਾ, ਬਾਣੀ ਨਹੀਂ ਪੜ੍ਹਨੀ, ਕੇਸ ਦਾੜੀਆਂ ਕਤਲ ਕਰਾਈ ਫਿਰਦੇ ਐ, ਅੰਮ੍ਰਿਤ ਨਹੀਂ ਛਕਣਾ। ਫਿਰ ਕਿਵੇਂ ਕਵਾਂਗੇ ਗੁਰਮੁਖ? ਕਈ ਲਿਖ ਲਿਖੀ ਦੱਸਦੇ ਆ ਵੀ ਪੁੱਤ ਸਰਦਾਰਾਂ ਦੇ, ਅਸਲ ਵਿੱਚ ਦੇਖਣ ਨੂੰ ਲੱਗੋ ਗੁਰਮੁਖੋ। ਆਪਣਾ ਕਿਰਦਾਰ, ਆਪਣਾ ਆਚਰਣ ਇੰਨਾ ਉੱਚਾ ਸੁੱਚਾ ਬਣਾਓ, ਦੁਨੀਆ ਕਵੇ ਅਸੀਂ ਵੀ ਇਹਦੇ ਵਰਗੇ ਬਣਨਾ ਹੈ। ਆਖੋ ਸਤਨਾਮ। ਫੇਰ ਹੈ ਫਾਇਦਾ। ਲਓ ਸਾਰੀ ਸੰਗਤ ਦਾ ਧੰਨਵਾਦ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਮੈਂ ਆਪ ਸੰਗਤਾਂ ਤੋਂ ਖਿਮਾ ਮੰਗਦਾ ਕਿ ਇਤਿਹਾਸ ਵਿਚਾਰਦਿਆਂ ਕੋਈ ਭੁੱਲ ਗਲਤੀ ਹੋ ਗਈ ਹੋਵੇ। परमात्मा मेहर करे, जो विचार कीती अपने सारियां दे हिरदियां च वसे। गुरबाणी दा 3 दिन प्रवाह चलिया। ग्रंथी सिंघां ने बड़े प्रेम अदब सत्कार नाल गुरु की बाणी पढ़ी, उन्हां दा भी धन्नवाद। सत्कारयोग बाबा जी, गुरुद्वारा साहब दे प्रबंधक, जिन्हां ने भी रल मिल करके सेवावां निभाईयां, पातशाह सब दी सेवा मंजूर करे।